और दोस्तों सब्सक्राइब कर दो जो चैनल। अंग्रेज चले थे 1908 में एक कानून बना गए थे, वो पहले लिख गए थे कि कैसे रजिस्ट्री होती है, कैसे इंक्वायरी होगी। लेकिन जो हमारे दलाल हैं, प्रॉपर्टी डीलर हैं, कॉलोनाइजर हैं, पैसे पूरे देने के बाद भी वो अपने एक पे एक बहाना चला रहे हैं कि अभी यार कुछ नहीं है, अभी ये आपका ये इंक्वायरी होना है, ये जो है अपना पटवार खाने में ये नहीं है, और उसके बाद कानून को जान क्या क्या बहाने उनके पास, यानी कि रजिस्ट्री ना कराने के बहाने पैसे खा लिए। और जिम्मेदार जो है जिसको पैसे अभी देने हैं वो शायद ना आना चाहता हो रजिस्ट्री कराने के लिए। ये सब जानता है तीर्थ गरेवाल, प्रॉपर्टी में माहिर हैं, सिविल केसेस के माहिर हैं। और ये हमको बताएंगे ये 1908 में जो रजिस्ट्रेशन एक्ट बना था, ये इंक्वायरी एक्ट बना था, ये प्रॉपर्टी डीलर जो हैं और प्रॉपर्टी के जो मसले हैं, थोड़ा तीर्थ गरेवाल जी ये बताइए कि ये प्रॉपर्टी डीलर जो कहते हैं हम रजिस्ट्री नहीं करानी, ये प्रॉब्लम हमारी एनओसी है, ये है, वो है, 3 4 5 6 ऊपर नीचे दाएं बाएं, ये सब क्या करते हैं यार? ये मेरे को बता तो सही, हम लोग पब्लिक हैं, हमको तो पता नहीं चलता इस चीज़ के बारे। तेरे को तो पता है तो बता दे यार, खोल दे भेद अपने सारे। आज सत श्री अकाल सारे श्रोते, सत श्री अकाल श्रीपाल जी, नमस्कार। ਤੁਹਾਨੂੰ ਪਤਾ ਨਹੀਂ ਕਿ ਤੁਸੀਂ ਪਤਾ ਕਰਨਾ ਨਹੀਂ ਚਾਹੁੰਦੇ ਬਈ हमको ਕਿਹੜਾ ਲਾਅ ਦੀ ਕਿਤਾਬ ਖੋਲੂ, ਫਿਰ ਇੱਕ ਪਰ ਤੁਸੀਂ ਆਪ ਵਕੀਲ ਹੋ ਕਿ ਇੱਕ ਖੋਲਾਂਗੇ ਫਿਰ ਇੱਕ ਹੋਰ ਧਾਰਾ ਨਿਕਲੂ, ਫਿਰ ਕੋਈ ਹੋਰ ਧਾਰਾ। ਸਾਨੂੰ ਤਾਂ ਇੰਨੀ ਜੀ ਗੱਲ ਦੱਸਿਆ ਕਰੋ। हाँ काम ਛੋਟੇ ਜਿਹੇ ਐਵੇਂ ਵੀ ਆਤੇ ਪੈਸੇ ਦਾ ਕੰਮ ਮਤਲਬ ਐਡੀ ਦਵਾਈ ਤੇ ਠਾ ਬਸ। ਸਾਡੇ ਕੋਲ ਹੋਰ ਕੰਮ ਨਹੀਂ, ਕਿਉਂਕਿ ਸਾਡੇ ਕੋਲ ਮਿੰਟ ਦਾ ਵੇਲ ਨਹੀਂ, ਐਲੋਪੈਥਿਕ ਪੈਸੇ ਦੀ ਸੇਲ ਨਹੀਂ ਲੈਣੀ ਹੈ, ਮਿੰਟ ਦੀ ਵੇਲ ਨਹੀਂ, ਪੈਸੇ ਦੀ ਸੇਲ ਨਹੀਂ, ਹੋਮਿਓਪੈਥਿਕ ਨਹੀਂ ਲੈਣੀ, ਸਾਨੂੰ ਤਾਂ ਐਲੋਪੈਥੀ ਦੋ। ਚਾਹੇ ਸਾਰੇ ਸਾਡੇ ਜਿਹੜੇ ਆਰਗਨ ਪਾਰਟ ਜਿਹੜੇ ਸਾਰੇ ਖਤਮ ਹੋ, ਮੈਟਾਬੋਲਿਜ਼ਮ ਖਤਮ ਹੋ ਜਾਏ ਸਾਡਾ। ਹਾਂ ਦੇਖੋ ਗੱਲ ਕੀ ਹੈ ਕਿ ਜਿਹੜੀ ਰਜਿਸਟ੍ਰੇਸ਼ਨ ਐਕਟ ਦੀ ਸ਼੍ਰੀਪਾਲ ਜੀ ਤੁਸੀਂ ਗੱਲ ਕੀਤੀ ਆ, ਉਹ ਉਸ ਚੀਜ਼ ਨੂੰ ਗਵਰਨ ਕਰਦੀ ਆ ਜਿਹਦੇ ਕਰਕੇ ਸਾਰੀ ਪ੍ਰਾਪਰਟੀ ਦੀ ਸੇਲ ਐਂਡ ਪਰਚੇਸ ਹੁੰਦੀ ਹੈ। ਅੱਛਾ ਜੀ, ਠੀਕ ਹੈ। ਹੁਣ ਚੱਕਰ ਕੀ ਹੈ, ਰਜਿਸਟ੍ਰੇਸ਼ਨ ਐਕਟ ਦੇ ਸੈਕਸ਼ਨ 71 ਆ, 71 ਤੋਂ 70। ਤੁਹਾਡਾ ਮੈਂ ਸਾਰੀ ਗੱਲ ਸਮਝ ਗਿਆ ਸੀ ਕਿ ਕੋਈ ਕਦੇ ਕਹਿੰਦਾ ਜੀ ਸਟਾਂਪ ਡਿਊਟੀ ਦੀ ਕਮੀ ਆ, ਇਹਦੇ ਅੰਦਰ ਖਰੀਦਦਾਰ ਦਾ ਪੂਰਾ ਨਾਂ ਨਹੀਂ ਹੈਗਾ, ਐਡਰੈਸ ਨਹੀਂ ਹੈਗਾ, ਕਿ ਉਹ ਤਾਂ ਤਹਿਸੀਲਦਾਰ ਦੇ ਕੋਲ ਜੇ ਪੈਸੇ ਨਾ ਪਹੁੰਚਣ ਉਹ ਤੁਹਾਡੀ ਰਜਿਸਟਰੀ ਨਹੀਂ ਹੁੰਦੀ, ਤੁਹਾਨੂੰ ਖੱਜਲ ਖਵਾਰ ਕਰਦੇ। ਬਿਲਕੁਲ ਗੱਲ ਸਹੀ ਹੈ। ਠੀਕ ਹੈ। ਗੱਲ ਕੀ ਆ ਕਿ ਤੁਸੀਂ ਇੱਕ ਐਗਰੀਮੈਂਟ ਕੀਤਾ ਕਿਸੇ ਨਾਲ ਖਰੀਦਣ ਦਾ, ਉਹ ਤੋਂ ਬਾਅਦ ਤੁਸੀਂ ਸੇਲ ਡੀਡ ਬਣਾਈ। ਹੁਣ ਉਹ ਸੇਲ ਡੀਡ ਦੋ ਤਰੀਕੇ ਦੀ ਹੋ ਗਈ। ਹਾਂਜੀ, ਇੱਕ ਸੇਲ ਡੀਡ ਹੋ ਗਈ ਜਿਹਦੇ ਸਟਾਂਪ ਡਿਊਟੀ ਨਹੀਂ ਲੱਗੀ, ਲਿਖੀ ਗਈ, ਤੁਸੀਂ ਘਰੇ ਸਾਈਨ ਕਰ ਲਈ। ਹਾਂਜੀ, ਠੀਕ ਹੈ। ਲੇਕਿਨ ਤਹਿਸੀਲਦਾਰ ਕੋਲ ਨਹੀਂ ਗਏ, ਉਹਦੀ 4 ਮਹੀਨੇ ਦੀ ਮਿਆਦ ਆ, ਉਸ ਪੇਪਰ ਦੀ ਲਾਈਫ 4 ਮਹੀਨੇ ਆ। ਜੇ ਡੇਟ ਪਈ ਆ, ਜੇ ਡੇਟ ਨਹੀਂ ਪਈ ਫਿਰ ਉਹ ਗਵਾਹੀਆਂ ਦੇ ਉੱਤੇ ਆ। ਠੀਕ ਹੈ ਕਿ ਸ਼੍ਰੀਪਾਲ ਜੀ ਜਾਂ ਕੋਈ ਗਵਾਹੀ ਦੇਵਾਂਗੇ ਤਾਂ ਜੀ ਫਲਾਣੇ ਮਹੀਨੇ ਦੀ ਹੈ। ਠੀਕ ਹੈ ਨਾ। ਜੇ ਡੇਟ ਨਹੀਂ ਪਈ, ਕਿਉਂਕਿ ਰਜਿਸਟਰੀ ਦੇ ਪਿੱਛੇ ਸਟਾਂਪ ਨਹੀਂ ਹੁੰਦਾ ਨਾ, ਸਟਾਂਪ ਦੂਜਾ ਕਢਾਉਂਦੇ ਆਪਾਂ, ਫਿਰ ਡੇਟ ਆਫ, ਜੇ ਡੇਟ ਨਹੀਂ ਪਈ ਤਾਂ ਡੇਟ ਆਫ ਸਟਾਂਪ ਕਰ ਲਓ। ਇਹ ਹੋ ਗਈ ਇੱਕ ਰਜਿਸਟਰੀ। ਫਿਰ ਮੰਨ ਲਓ ਕਿ ਆਪਾਂ ਇੱਕ ਰਜਿਸਟਰੀ ਕੱਢੀ, ਸਟਾਂਪ ਲਿੱਤਾ, ਸਟਾਂਪ ਨੂੰ ਉਹਦੇ ਉੱਤੇ ਲਾਇਆ, ਸਟਾਂਪ ਲਾ ਕੇ ਘਰੇ ਸਾਈਨ ਕਰ ਲਿਆ। ਅਜੇ ਤਹਿਸੀਲਦਾਰ ਸਾਹਿਬ ਕੋਲ ਨਹੀਂ ਗਏ। ਮੰਨ ਲਓ ਸੰਡੇ ਨੂੰ ਆਪਾਂ ਸਾਰੇ ਪੈਸੇ ਦਿੱਤੇ ਬੰਦੇ ਨੂੰ, ਠੀਕ ਹੈ, ਤੇ ਆਪਾਂ ਸੰਡੇ ਨੂੰ ਸਾਈਨ ਕਰਾ ਲਈ ਕਿ ਬਈ ਮੰਡੇ ਨੂੰ ਤੂੰ ਆ ਜੀ। ਮੰਡੇ ਨੂੰ ਬੰਦਾ ਨਹੀਂ ਆਉਂਦਾ। ਹਾਂਜੀ, ਮੰਡੇ ਨੂੰ ਬੰਦਾ ਨਹੀਂ ਆਉਂਦਾ, ਮੈਂ ਫੋਨ ਕਰਦਾ, ਫੋਨ ਨਹੀਂ ਚੱਕਦਾ। ਫਿਰ ਮੇਰੇ ਕੋਲ ਜੋ ਰਾਸਤਾ ਰਹਿ ਜਾਂਦਾ ਵਾ, ਮੈਂ ਤਹਿਸੀਲਦਾਰ ਸਾਹਿਬ ਕੋਲੇ 36 ਦੀ ਐਪਲੀਕੇਸ਼ਨ ਦਿੰਦਾ। 36 ਦੀ? ਹਾਂ, 36 ਦੀ ਐਪਲੀਕੇਸ਼ਨ ਦਿੰਦਾ ਵਾ ਕਿ ਜੀ ਐਵੇਂ ਕਰਕੇ ਮੇਰੀ ਰਜਿਸਟਰੀ ਕਰਾਈ ਜਾਵੇ, ਆਹ ਮੇਰਾ ਐਗਰੀਮੈਂਟ ਆ, ਪੈਸੇ ਮੈਂ ਪੂਰੇ ਦੇ ਚੁੱਕਿਆ ਵਾ। ਹਾਂਜੀ, ਤੇ ਮੇਰੀ ਜਿਹੜਾ ਬੰਦਾ ਵਾ ਉਹ ਆ ਨਹੀਂ ਰਿਹਾ। ਹਾਂਜੀ, ਠੀਕ ਹੈ ਨਾ। ਫਿਰ ਉਹਦੇ ਵਿੱਚ ਉਹਨੂੰ ਸਮਨ ਕੱਟਦਾ ਵਾ ਕਿ ਬਈ ਤੇਰੇ ਖਿਲਾਫ ਐਵੇਂ ਕਰਕੇ ਬੰਦਾ ਆਇਆ ਵਾ, ਤੂੰ ਆ ਜਾ। ਮੰਨ ਲਓ ਉਹ ਬੰਦਾ ਤਹਿਸੀਲਦਾਰ ਸਾਹਿਬ ਕੋਲ ਆਉਂਦਾ, ਉਹ ਕਹਿੰਦਾ ਜੀ ਮੇਰੇ ਤਾਂ ਸਾਈਨ ਹੀ ਹੈ ਨਹੀਂ, ਮੈਨੂੰ ਤਾਂ ਪੈਸੇ ਨਹੀਂ ਪੂਰੇ ਮਿਲੇ, ਇਹ ਹੈ ਉਹ। ਤਹਿਸੀਲਦਾਰ ਸਾਹਿਬ ਐਟ ਦੈਟ ਪੁਆਇੰਟ ਇਜ਼ ਨਾਟ ਟੂ ਡਿਸਾਈਡ ਕਿ ਇਹ ਫੋਰਜਰੀ ਹੈ ਕਿ ਨਹੀਂ। ਆਮ ਬੰਦਾ ਉੱਥੇ ਘਬਰਾ ਜਾਂਦਾ, ਕਹਿੰਦਾ ਮੇਰੇ ਤਾਂ ਸਾਈਨ ਹੀ ਹੈ ਨਹੀਂ, ਕਿ ਤਹਿਸੀਲਦਾਰ ਸਾਹਿਬ ਨੇ ਕੀ ਕਰਤਾ। ਉਹਦੇ ਵਿੱਚ ਪ੍ਰੋਸੀਜਰ ਆ ਕਿ ਆਈਦਰ ਆਫ ਦੀ ਟੂ ਪਾਰਟੀਜ਼, ਤਹਿਸੀਲਦਾਰ ਸਾਹਿਬ ਦੇ ਕੋਲੋਂ ਐਪਲੀਕੇਸ਼ਨ ਲਿਖ ਕੇ ਬਿਨਾਂ ਕਿਸੇ ਪੈਸੇ ਦਿੱਤੇ ਤੁਸੀਂ ਕਾਪੀ ਆਫ ਆਰਡਰ ਲੈ ਸਕਦੇ ਹੋ। ਠੀਕ ਹੈ, ਉਸ ਟਾਈਮ ਹਾਂ, ਐਟ ਦ ਸਪੋਟ। ਉਹ ਰਜਿਸਟਰ ਨੰਬਰ 2 ਦੇ ਵਿੱਚ ਤਹਿਸੀਲਦਾਰ ਸਾਹਿਬ ਵੀ ਲਿਖਦੇ ਆ ਫॉर ਰਿਕਾਰਡ ਪਰਪਸ ਕਿ ਆਹ ਰਜਿਸਟਰੀ ਹੈ, ਇਹਨੂੰ ਇਸ ਕਾਰਨਾਂ ਕਰਕੇ ਰਜਿਸਟਰ ਕਰਨ ਤੋਂ ਮਨਾ ਕਰ ਦਿੱਤਾ ਗਿਆ। ਤੇ ਰਜਿਸਟਰੀ ਦੇ ਉੱਤੇ ਲਿਖ ਦਿੰਦੇ ਨਾਟ ਰਜਿਸਟਰੇਬਲ। ਨਾਟ ਰਜਿਸਟਰੇਬਲ ਜਿਹੜੀ ਉਹ ਆਰਡਰ ਹੋਇਆ ਵਾ ਉਹ ਤੁਸੀਂ ਅਪਲਾਈ ਕਰਕੇ ਲੈ ਸਕਦੇ ਹੋ, ਲੇਕਿਨ ਉਸ ਆਰਡਰ ਨੂੰ ਅਪਲਾਈ ਕਰਕੇ ਲੈਣ ਦੀ ਲਿਮਿਟੇਸ਼ਨ ਸਿਰਫ 30 ਦਿਨ। ਅੱਛਾ, ਸਿਰਫ 30 ਦਿਨ। ਜੇ 30 ਦਿਨ ਨਿਕਲ ਜਾਣ ਜਾਂ ਇੱਧਰ ਉੱਧਰ ਹੋਏ ਜਾਂ ਬੰਦੇ ਨੂੰ ਪਤਾ ਨਹੀਂ ਲੱਗੇ, ਇਹਦੇ ਬਾਰੇ ਵੀ ਥੋੜਾ ਦੱਸੋ। ਫਿਰ ਕੀ ਆ, ਜੇ 30 ਦਿਨ ਨਿਕਲ ਵੀ ਜਾਣ, ਤੁਹਾਡੀ ਜਿਹੜੀ ਸੇਲ ਡੀਡ ਆ ਉਹਦੀ ਜਿਹੜੀ ਉਮਰ ਆ 4 ਮਹੀਨੇ ਹੁੰਦੀ ਹੈ। ਅੱਛਾ, ਲੇਕਿਨ ਜਦੋਂ ਰਜਿਸਟ੍ਰੇਸ਼ਨ ਵਾਸਤੇ ਪੇਸ਼ ਹੋਗੀ ਫਿਰ 30 ਦਿਨ ਹੋ ਜਾਂਦੀ ਹੈ। ਅੱਛਾ, ਹੁਣ 30 ਦਿਨ ਦੇ ਅੰਦਰ ਤੁਹਾਨੂੰ ਨਹੀਂ ਪਤਾ ਚੱਲਿਆ, ਲੇਕਿਨ ਫਿਰ ਵੀ ਤੁਸੀਂ ਲੈ ਕੇ ਉੱਤੇ ਰਜਿਸਟਰਾਰ, SDM ਜਾਂ ਡੀ ਸਾਹਿਬ ਕੋਲ ਪੇਸ਼ ਹੋ ਗਏ
ਕਿ ਸਰ ਕਿਉਂਕਿ ਰਜਿਸਟਰੀ ਬਹੁਤ ਜ਼ਰੂਰੀ ਆ ਨਾ, ਜਿਹਦੀ ਰਜਿਸਟਰੀ ਨਹੀਂ ਉਹਨੂੰ ਤਾਂ ਹੱਥਾਂ ਪੈਰ ਦੀ ਪੈ ਜਾਂਦੀ ਹੈ। ਬਿਲਕੁਲ ਪੈਸਾ ਲਾਇਆ ਹੁੰਦਾ। ਤੁਸੀਂ ਜਦੋਂ ਰਜਿਸਟਰੀ ਕਰਾਉਣ ਗਏ ਕਦੇ ਜਾ ਕੇ ਦੇਖਿਆ ਉੱਥੇ ਹਾਲ ਕਿੰਨਾ ਬੰਦਿਆਂ ਦਾ, ਰਜਿਸਟਰੀ ਲੈ ਕੇ ਆ ਫੜ ਦਿੰਦੇ ਆ, ਰੱਬ ਦਾ ਸ਼ੁਕਰ ਮਨਾਉਣ ਲੱਗੇ ਥੱਲੇ ਭੁੰਜੇ ਬਹਿ ਜਾਂਦੇ ਆ। ਸਾਰੀ ਜ਼ਿੰਦਗੀ ਦੀ ਪੈਸਾ ਲਗਾਇਆ ਹੁੰਦਾ, ਕੋਈ ਚਾਹੇ 10 ਲੱਖ ਦੇ ਲਈ 50 ਲੱਖ ਜਾਂ ਕਰੋੜ ਹੈਗਾ, ਹਰ ਬੰਦੇ ਲਈ ਉਹਨੇ ਪੈਸੇ ਨਾਲੇ ਪ੍ਰਾਪਰਟੀ ਦਾ ਫਰਾਡ ਇੰਨਾ ਹੋ ਰਿਹਾ ਹੁੰਦਾ, ਬੰਦੇ ਨੂੰ ਆ ਨਹੀਂ ਸਮਝਦਾ ਕਿ ਮੈਂ 100 ਗਜ ਵੇਚੀ ਸੀ, ਮੇਰੀ 1000 ਗਜ ਕਿਵੇਂ ਵਿਕ ਗਈ। ਪਰ ਜਿਹੜੇ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਜੇ ਕੋਲੋਨਾਈਜ਼ਰ ਹੋਣ ਤਾਂ ਬਹੁਤ ਜਾਣੀ ਗੱਲ ਤਾਂ ਸੁਣੋ, ਜੀ ਆਮ ਬੰਦੇ ਨੂੰ ਨਹੀਂ ਪਤਾ, ਆਮ ਬੰਦੇ ਨੂੰ ਨਹੀਂ ਪਤਾ, ਉਹ ਕਰਨਾ ਵੀ ਨਹੀਂ ਚਾਹੁੰਦਾ। ਫਿਰ ਕੀ ਹੋਇਆ ਕਿ ਜੇ ਤੁਸੀਂ ਐਸਡੀਐਮ ਸਾਹਿਬ ਡੀ ਸਾਹਿਬ ਕੋਲ ਪਹੁੰਚ ਗਏ ਕਿ ਮੇਰੇ ਨਹੀਂ ਹੋਇਆ, ਫਿਰ ਮੰਨ ਲਓ ਤੁਹਾਡੇ ਕੋਲ ਆਰਡਰ ਦੀ ਕਾਪੀ ਵੀ ਹੈ ਨਹੀਂ, ਫਿਰ ਉਹ ਕੀ ਕਰਦੇ ਆ, ਫਿਰ ਦੂਜੀ ਪਾਰਟੀ ਨੂੰ ਪੁੱਛਦੇ ਆ। ਉਹ ਆਪ ਵੀ ਤਾਂ ਰਜਿਸਟਰੀਆਂ ਕਰਦੇ, ਉਹਨਾਂ ਨੂੰ ਵੀ ਪਤਾ ਹੀ ਹੋਣਾ ਰਜਿਸਟਰੀ ਦੇ ਵਿੱਚ ਕੀ ਕਮੀ ਹੈ। ਦੂਜੀ ਪਾਰਟੀ ਨੂੰ ਸਮਨ ਕਰ ਲਿਆ, ਦੂਜੀ ਪਾਰਟੀ ਨੇ ਆ ਕੇ ਕਹਿਤਾ ਜੀ ਮੇਰੇ ਤਾਂ ਜੀ ਪੈਸੇ ਵੱਧ ਨੇ, ਇਹ ਆ ਘੱਟ ਆ। ਉਹ ਕਹਿਣਗੇ ਤੁਹਾਡੇ ਕੋਲ ਹੋਰ ਬੜੇ ਤਰੀਕੇ ਨੇ ਉਸ ਰਿਕਵਰੀ ਦੇ, ਲੇਕਿਨ ਸੇਲ ਡੀਡ ਜਿਹੜੀ ਹੈਗੀ ਸਾਈਨ ਹੋ ਚੁੱਕੀ ਆ, ਉਹ ਫਿਰ ਥੱਲੇ ਭੇਜ ਦਿੰਦੇ ਉਹਨੂੰ ਰਜਿਸਟਰ ਕਰਨ ਵਾਸਤੇ। ਅੱਛਾ, ਕਈ ਕੇਸਾਂ 'ਚ ਤਾਂ ਐਵੇਂ ਹੁੰਦਾ ਜਿਹੜਾ ਖਰੀਦਦਾਰ ਜੇ ਨਾ ਵੀ ਹੋਵੇ ਤਾਂ ਵੀ ਰਜਿਸਟਰੀ ਉਹ ਕਰ ਸਕਦੇ ਆ, ਉਹ ਖੁਦ ਵੀ ਰਜਿਸਟਰ ਕਰ ਸਕਦੇ ਆ ਉਹ, ਲੇਕਿਨ ਯਾਨੀ ਕਿ ਪ੍ਰੋਸੀਜਰ ਹੈ ਹਰ ਤਰੀਕੇ ਦਾ ਪ੍ਰੋਸੀਜਰ। ਫਿਰ ਗੱਲ ਕਿ ਜੇ ਰਜਿਸਟਰ ਡੀ ਸਾਹਿਬ ਐਸਡੀਐਮ ਸਾਹਿਬ ਵੀ ਤੁਹਾਡੀ ਉਹਨੂੰ ਮਨਾ ਕਰ ਦੇਣ, ਤਹਿਸੀਲਦਾਰ ਵੀ ਤਾਂ ਮਨਾ ਕਰ ਦੇ, ਤਹਿਸੀਲਦਾਰ ਦੀ ਰਿਫਿਊਜ਼ਲ ਦੇ 30 ਦਿਨ ਦੇ ਅੰਦਰ ਅੰਦਰ ਜਾਂ ਤਾਂ ਤੁਸੀਂ ਰਜਿਸਟਰਾਰ ਸਾਹਿਬ ਕੋਲ ਚਲੇ ਜਾਓ, ਐਸਡੀਐਮ ਜਾਂ ਡੀ ਸਾਹਿਬ ਕੋਲੇ, ਜਾਂ ਤੁਸੀਂ ਸਿਵਲ ਸੂਟ ਫਾਈਲ ਕਰੋ ਕਿ ਡਾਇਰੈਕਸ਼ਨ ਦੇਣ ਰਜਿਸਟਰਾਰ ਨੂੰ, ਐਸਡੀਐਮ ਸਾਹਿਬ ਨੂੰ, ਤਹਿਸੀਲਦਾਰ ਨੂੰ, ਤੇ ਉਹ ਬੰਦੇ ਜਿੱਥੋਂ ਆਪਾਂ ਜਗ੍ਹਾ ਖਰੀਦੀ ਹੈ ਕਿ ਮੇਰੀ ਰਜਿਸਟਰੀ ਕਰਾ, ਤੇ ਉਹ ਰਜਿਸਟਰੀ ਦੀ ਕਾਪੀ ਆਪਾਂ ਕੋਰਟ 'ਚ ਲਾਉਣੀ ਹੈ। ਬਿਲਕੁਲ ਹਾਂ, ਤਾਂ ਇਹਦੀ ਲਿਮਿਟੇਸ਼ਨ ਆ 30 ਦਿਨ ਦੀ। ਮੰਨ ਲਓ ਤੁਹਾਡੇ ਕੋਲ ਐਗਰੀਮੈਂਟ ਹੈਗਾ, ਰਜਿਸਟਰੀ ਦੀ ਮਿਆਦ ਸੀਗੀ 2/2/14 2/2/14, ਲੇਕਿਨ ਤੁਸੀਂ 2/1/14 ਨੂੰ ਰਜਿਸਟਰੀ ਕਰਾਉਣ ਪਹੁੰਚ ਗਏ। ਜਦੋਂ ਤੁਹਾਡੇ ਕੋਲ ਇੱਕ ਐਗਰੀਮੈਂਟ ਹੈਗਾ ਰਿਟਨ, ਤੁਸੀਂ ਰਜਿਸਟਰੀ ਕਰਾਉਣ ਚਲੇ ਗਏ, ਤੁਹਾਡੇ ਸਾਈਨ ਹੋ ਗਏ, ਤਹਿਸੀਲਦਾਰ ਦੇ ਮੂਹਰੇ ਪੇਸ਼ ਹੋ ਗਏ, ਤਹਿਸੀਲਦਾਰ ਨੇ ਕਿਸੇ ਵੀ ਕਾਰਨ ਕਰਕੇ ਰਜਿਸਟਰੀ ਤੋਂ ਮਨਾ ਕਰਤਾ, ਆਬਜੈਕਸ਼ਨ ਨਹੀਂ ਮਨਾ ਕਰਤਾ, ਤੇ ਉਹ ਤੋਂ ਬਾਅਦ 30 ਦਿਨ ਜੇ ਤੁਸੀਂ ਕਹੋਗੇ ਨਹੀਂ ਜੀ ਉਹ ਤਾਂ ਅਸੀਂ ਰਜਿਸਟਰੀ ਜਿਹੜੀ 30 ਦਿਨ ਦੀ ਸੀਗੀ ਅਸੀਂ ਤਾਂ ਨਹੀਂ ਕੀਤੀ, ਸਾਡਾ ਤਾਂ ਐਗਰੀਮੈਂਟ ਉਹ ਸੀਗਾ, ਲੇਕਿਨ ਐਗਰੀਮੈਂਟ ਤੇ ਸੇਲ ਡੀਡ ਦੇ ਵਿੱਚ ਤਾਂ ਗੱਲ ਤੁਹਾਡੀ ਮੰਨੀ ਜਾਣੀ ਆ ਜੇ ਦੋਨਾਂ ਦੇ ਵਿੱਚ ਜਿਹੜੇ ਟਰਮਸ ਐਂਡ ਕੰਡੀਸ਼ਨ ਆ ਉਹਨਾਂ 'ਚ ਫਰਕ ਆ, ਪੈਸੇ ਦਾ ਨਹੀਂ, ਪੈਸੇ ਦਾ ਸਭ ਨੂੰ ਪਤਾ ਕਿ ਵਾਈਟ ਤੇ ਬਲੈਕ ਆ, ਜੇ ਟਰਮਸ ਐਂਡ ਕੰਡੀਸ਼ਨ ਦਾ ਫਰਕ ਆ। ਮੰਨ ਲਓ ਕਿ ਐਗਰੀਮੈਂਟ ਦੇ ਵਿੱਚ ਲਿਖਿਆ ਵਾ ਕਿ ਘਰ ਦਾ ਸਿਰਫ ਪਹਿਲਾ ਫਲੋਰ ਵੇਚਿਆ ਜਾ ਰਿਹਾ, ਲੇਕਿਨ ਰਜਿਸਟਰੀ 'ਚ ਲਿਖਿਆ ਗਿਆ ਕਿ ਦੂਜਾ ਤੇ ਤੀਜਾ ਵੀ ਵੇਚਿਆ ਗਿਆ। ਗੱਲ ਸਹੀ ਤੁਹਾਡੀ। ਬੰਦਾ ਕਹਿੰਦਾ ਮੈਂ ਤਾਂ ਅੱਧਾ ਘਰ ਵੇਚਿਆ ਸੀਗਾ, ਇਹਨੇ ਤਾਂ ਪਲਾਟ ਪੂਰਾ ਪਾ ਲਿਆ, ਪਲਾਟ ਨੰਬਰ ਪਾ ਕੇ ਪਲਾਟ ਦੇ ਤਾਂ 3 ਮੰਜ਼ਿਲਾ ਬਣਿਆ। ਰਜਿਸਟਰੀ ਪੂਰੀ ਕਰਾਉਣ ਤੇ ਤੁਰਿਆ ਇਹ ਤਾਂ ਰਜਿਸਟਰੀ ਪੂਰੀ ਕਰਾਉਣ ਤੇ ਤੁਰਿਆ ਹੋਇਆ, ਜਦੋਂ ਕਿ ਮੈਂ ਇਹਨੂੰ ਸਿਰਫ ਗਰਾਊਂਡ ਫਲੋਰ ਦਿੱਤਾ। ਠੀਕ ਹੈ ਨਾ, ਉਹ ਸੂਰਤ ਦੇ ਵਿੱਚ ਜਿਹੜੀ ਐਗਰੀਮੈਂਟ ਆ ਉਹ ਸਿਵਲ ਸੂਟ ਦੇ ਵਿੱਚ ਸਪੈਸੀਫਿਕ ਪਰਫਾਰਮੈਂਸ ਇਹ ਸਭ ਲਾਇਆ ਕਰੇਗਾ, ਹੋਰ ਪਰਚਾ ਲਾਇਆ ਕਰੇਗਾ ਕਿ ਵੀ ਮੈਨੂੰ ਇਹਨੇ ਝੂਠ ਬੋਲ ਕੇ ਕਿਹਾ ਕੀ ਸੀ ਤੇ ਕੀ ਕਰਕੇ ਗਿਆ, ਕਿਉਂਕਿ ਐਗਰੀਮੈਂਟ ਦੀ ਕਾਪੀ ਹੁੰਦੀ ਆ। ਅੱਛਾ, ਮੈਂ ਇੱਕ ਤੁਹਾਨੂੰ ਹੋਰ ਗੱਲ ਪੁੱਛਣਾ ਚਾਹੁੰਦਾ, ਸੌਖਾ ਹੀ ਲਫਾ ਹੀ ਦੱਸ ਦਿਓ ਵੀ ਜਦ ਆਪਾਂ ਰਜਿਸਟਰੀ ਕਰਾਉਣ ਦੇ ਲਈ ਆਪਾਂ ਜਮ੍ਹਾਂ ਕਰਾਤੀ, ਉਹਦੇ ਵਿੱਚ ਆ ਜਿਹੜੇ ਹੁੰਦੇ ਰਜਿਸਟਰੀਆਂ ਕਰਦੇ ਹੈਗੇ ਕੀ ਕਹਿੰਦੇ ਇਹਨੂੰ, ਅਰਜੀ ਨਵੀਸ ਕੋਲ ਚਲੇ ਗਏ, ਯਾਨੀ ਕਿ ਆਪਾਂ ਵਿਸਕਾ ਨਵੀਸ ਹੋ ਗਿਆ, ਅਰਜੀ ਨਵੀਸ ਹੋ ਗਿਆ। ਜਿਹੜੇ ਆਪਾਂ ਤਹਿਸੀਲ ਦੇ ਵਿੱਚ ਆਪਾਂ ਅਰਜੀ ਲਾਤੀ ਹੈਗੀ ਆ ਵੀ ਸਾਡੀ ਰਜਿਸਟਰੀ ਕਰਾਈ ਜਾਵੇ, ਰਜਿਸਟਰੀ ਕਰਾਉਣ ਦੇ ਲਈ ਆ ਗਈ ਆ, ਉਸ ਤੋਂ 30 ਦਿਨ ਤੁਸੀਂ ਕਹਿੰਦੇ ਹੈਗੇ ਵੀ ਆਪਾਂ ਰਜਿਸਟਰੀ ਕਰਵਾਉਣ ਦੇ ਲਈ ਮਨਜ਼ੂਰ ਕਰਾਉਣ ਦੇ ਲਈ। ਹੁਣ ਗੱਲ ਐਵੇਂ ਆ ਕਿ ਖਰੀਦਦਾਰ ਕੱਲਾ ਚਲੇ ਗਿਆ, ਖਰੀਦਦਾਰ ਕੱਲਾ ਚਲੇ ਗਿਆ ਤੇ ਤਹਿਸੀਲਦਾਰ ਸਾਹਿਬ ਨੇ ਕਹਿਤਾ ਕਿ ਬਈ ਇਹ ਤਾਂ ਜਿਹੜੇ ਬੰਦੇ ਨੇ ਐਗਜ਼ੀਕਿਊਟ ਕੀਤਾ ਉਹ ਕਿੱਥੇ ਆ, ਉਹਦਾ ਵੱਖਰਾ ਸੈਕਸ਼ਨ ਆ। ਮੰਨ ਲਓ ਕਿ ਖਰੀਦਦਾਰ ਵੀ ਉੱਥੇ ਆ ਤੇ ਵੇਚਣ ਵਾਲਾ ਵੀ ਉੱਥੇ ਆ, ਉਹ ਸੈਕਸ਼ਨ 72 ਦੇ ਥੱਲੇ ਆਉਂਦਾ ਕਿ ਦ ਤਹਿਸੀਲਦਾਰ ਰਿਫਿਊਜ਼ਸ ਟੂ ਰਜਿਸਟਰ ਦੀ ਡਾਕੂਮੈਂਟ ਅਦਰ ਦੈਨ ਐਗਜ਼ੀਕਿਊਸ਼ਨ, ਕਿ ਬੰਦਾ ਸਾਈਨ ਤੋਂ ਮੁੱਕਰੇ, ਉਹ ਤੋਂ ਇਲਾਵਾ ਕੋਈ ਵੀ ਆਬਜੈਕਸ਼ਨ ਉਹ 72 ਥੱਲੇ ਆਉਂਦੀ ਹੈ, ਤੇ ਉਹਦੇ ਵਿੱਚ ਸਿਰਫ 30 ਦਿਨ ਦਾ ਟਾਈਮ ਹੈ। यानी आप देख लीजिए 30 दिन का टाइम होता है जब अगर आप रजिस्ट्री करवाने ਉਹ ਤੋਂ ਬਾਅਦ ਜੋ ਮਰਜ਼ੀ ਕਰੀ ਚਲੋ ਜੀ, ਮੈਂ ਸਟਾਂਪ ਡਿਊਟੀ ਹੁਣ ਦੇਖੋ ਮੈਂ ਵੇਚਣ ਵਾਲਾ ਸੀਗਾ, ਤੁਸੀਂ ਖਰੀਦਣ ਵਾਲੇ ਹੋ, ਠੀਕ ਹੈ, ਤੁਸੀਂ ਸਟਾਂਪ ਡਿਊਟੀ ਦੇ ਪੈਸੇ ਦਿੱਤੇ, ਸਭ ਕੁਝ ਦੇਤਾ, ਠੀਕ ਹੈ, ਰਜਿਸਟਰੀ ਕਰਾਉਣ ਚਲੇ ਗਏ, ਮੈਂ ਸਾਈਨ ਕਰਤਾ, ਸਾਈਨ ਕਰਕੇ ਤਹਿਸੀਲਦਾਰ ਸਾਹਿਬ ਕੋਲ, ਤਾਂ ਮੇਰਾ ਤਾਂ ਕੰਮ ਨਿਬੜ ਗਿਆ ਨਾ। ਹਾਂਜੀ, ਹੁਣ ਬਾਰ-ਬਾਰ ਆ ਕੇ ਮੇਰਾ ਬੂਹਾ ਕੇ ਖੜ ਕਰਨੇ ਹੋ, ਤੁਹਾਡੇ ਕੋਲ ਇੱਕ ਆਲਟਰਨੇਟ ਪਿਆ ਕਿ ਜੇ ਤੁਹਾਡੀ ਰਜਿਸਟਰੀ ਨਹੀਂ ਹੋਈ, ਮੈਂ ਸਾਈਨ ਕਰਤੇ, ਮੈਂ ਆਪਣੇ ਸਾਈਨਾਂ ਤੋਂ ਨਹੀਂ ਮੁੱਕਰਦਾ ਸੀ, ਤੁਸੀਂ ਜਾ ਕੇ ਆਪਣੇ ਐਸਡੀਐਮ ਜਾਂ ਡੀ ਸਾਹਿਬ ਕੋਲ ਪੇਸ਼ ਹੁੰਦੇ ਕਿ ਸਾਡੀ ਰਜਿਸਟਰੀ ਕਰਾਓ, ਡਾਇਰੈਕਸ਼ਨ ਦਿੱਤੇ ਜਾਣ, ਸਾਰਾ ਕੁਝ ਹੋ ਗਿਆ, ਅੰਗੂਠੇ ਲੱਗੇ, ਸਾਈਨ ਹੋ ਗਏ, ਰਜਿਸਟਰੀ ਕਰਾਓ। ਲੇਕਿਨ ਤੁਸੀਂ ਰਜਿਸਟਰੀ ਕਰਾਉਣ ਦੀ ਬਜਾਏ ਤੁਸੀਂ ਸਟਾਂਪ ਪੇਪਰ ਵਾਪਸ ਕਰਾ ਕੇ ਤੇ ਕਹਾਣੀਆਂ ਬਣਾਉਣ ਲੱਗ ਗਏ ਕਿ ਸਟਾਂਪ ਪੇਪਰ ਵਾਪਸ ਕਰਤੇ ਜੀ, ਆਹ ਕਰਤਾ ਜੀ, ਉਹ ਰਜਿਸਟਰੀ ਦੀ ਕਾਪੀਆਂ ਤੁਹਾਡੇ ਕੋਲ ਪਈਆਂ ਨੇ, ਕਿਉਂ ਜੀ? ਬਿਲਕੁਲ, ਜਾਣ ਕੇ ਜੀ ਕਹਿਣੇ ਦਾ ਉਹਦੇ ਚ ਗੱਲ ਕੀ ਆ ਕਿ ਤੁਹਾਡੇ ਵੀ ਸਾਈਨ ਆ, ਦੂਜੀ ਪਾਰਟੀ ਦੇ ਵੀ ਸਾਈਨ ਆ, ਲੇਕਿਨ ਗੱਲ ਕੀ ਹੈ ਕਿ ਤੁਹਾਡੇ ਕੋਲ ਹੋਰ ਵੀ ਕਾਗਜ਼ ਨੇ ਜਿਹਦੇ ਵਿੱਚ ਕੁਝ ਹੋਰ ਲਿਖਿਆ ਹੋਇਆ ਤੇ ਰਜਿਸਟਰੀ ਅੱਡ ਨੇ,
ਉਹ ਕਹਿੰਦੇ ਟਾਈਮ ਪਾ ਲੈਣ ਦਿਓ, ਫਿਰ ਬਾਅਦ ਵਿੱਚ ਦੱਸਾਂਗੇ। ਕਿਉਂਕਿ ਇਹ ਪਤਾ ਕੀ ਕਰਦੇ ਆ, ਇਹ ਜਿਵੇਂ ਜੰਗਲ ਦੇ ਵਿੱਚ ਸ਼ਿਕਾਰੀ ਨਹੀਂ ਹੁੰਦੇ, ਇਹਨਾਂ ਨੂੰ ਪਤਾ ਇੱਥੇ ਭਾਲੂ ਆਉਂਦੇ ਆ, ਉੱਥੇ ਹਿਰਨ ਆਉਂਦੇ ਆ, ਇੱਥੇ ਸ਼ੇਰ ਆਉਂਦੇ ਆ। ਉਹ ਇੱਕ ਵੱਡਾ ਜਿਹਾ ਜਿਹੜਾ ਪੰਜਾ ਹੁੰਦਾ ਨਾ, ਐਂਡਾ ਜਿਹਾ, ਉਹ ਜਦੋਂ ਉਹਦਾ ਜਾਨਵਰ ਦਾ ਗੁੱਟ ਫੜਦਾ ਨਾ, ਉਹ ਤੋੜ ਦਿੰਦਾ। ਉਹ ਤੋੜ ਦਿੰਦਾ, ਉਹ ਤੋੜ ਦਿੰਦਾ ਤੇ ਉਹਨੂੰ ਜਿਹੜਾ ਖੋਲਣ ਵਾਸਤੇ ਉਹਦਾ ਬੜਾ ਔਖਾ ਹੁੰਦਾ। ਉਹਨਾਂ ਦਾ ਦਿਨ ਬਣੇ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਮਹੀਨੇ ਬਾਅਦ, 4 ਦਿਨ ਬਾਅਦ, 6 ਦਿਨ ਬਾਅਦ, 10 ਦਿਨ ਬਾਅਦ ਆਉਣਾ। ਉਨੀ ਦੇਰ ਨੂੰ ਜਿਹੜਾ ਜਾਨਵਰ ਹੁੰਦਾ ਭੁੱਖਾ ਪਿਆਸਾ, ਉਹ ਤਾਕਤ ਉਹਦੀ ਅੱਧੀ ਤੋਂ ਪੌਣੀ ਰਹਿ ਚੁੱਕੀ ਹੁੰਦੀ ਹੈ। ਉਹ ਫਿਰ ਆਪਣੇ ਮੌਜ ਨਾਲ ਆ ਕੇ ਆਪਣਾ ਉਹਨੂੰ ਜਿਵੇਂ ਵੀ ਉਹਦਾ ਖੱਲ ਲੈਣੀ ਆ ਕਿ ਜੋ ਵੱਢਣਾ ਘਟਣਾ ਜੋ ਕਿਸੇ ਲਿਆ ਲੱਗਦਾ। ਇਹ ਜਿਹੜੇ ਬੰਦੇ ਨੇ, ਜਿਹੜੇ ਕਾਲਜ ਦੇ ਤੁਸੀਂ ਗੱਲ ਕਰਦੇ ਹੋ, ਇਹਨਾਂ ਨੂੰ ਲਾਅ ਦਾ ਪਤਾ ਹੋਣ ਕਰਕੇ, ਤੇ ਜਿਹੜਾ ਜਾਨਵਰ ਆ ਉਹ ਇਨਸਾਨ ਆ, ਬੰਦੇ ਆ, ਨਾਰਮਲ ਬੰਦੇ ਆ, ਉਹ ਕੱਲੇ ਝੰਡਾ ਲੈ ਕੇ ਤੁਰਦੇ ਆ ਨਾ, ਉਹ ਇਹਨਾਂ ਦੇ ਬਣਾਏ ਹੋਏ ਕਿਤੇ ਨਾ ਕਿਤੇ ਦੇ ਵਿੱਚ ਪੰਜੇ 'ਚ ਫਸ ਜਾਂਦੇ ਆ। ਇਹ ਆਪਣੇ ਹਿਸਾਬ ਦੇ ਨਾਲ ਹੀ ਫਿਰ ਉਹਨੂੰ ਹੁੰਦੇ ਹੈਗੇ। ਆਪਾਂ ਕਹਿੰਦੇ ਆ ਕਿ ਯਾਰ ਮੇਰੀ ਪ੍ਰਾਪਰਟੀ ਫਸ ਗਈ, ਮੇਰੀ ਛੇਤੀ ਛੁੱਟੇ। ਇਹਨਾਂ ਨੂੰ ਪਤਾ ਇਹ ਪ੍ਰਾਪਰਟੀ ਫਸ ਗਈ, ਇਹ ਤਾਂ ਹੁਣ 5-6 ਸਾਲ ਬਾਅਦ ਦੇਖਾਂਗੇ, ਦੇ ਕੇ ਜਾਊਗੀ। ਹਾਂ, ਮਤਲਬ ਇਹਨੂੰ 5-6 ਸਾਲ ਲਟਕੇ ਰਹਿਣ ਤੋਂ, ਹੱਥ ਤਾਂ ਇਹਦਾ ਫਸ ਗਿਆ, ਹੁਣ ਨਹੀਂ ਜਾਊਗਾ, ਹੁਣ ਨਹੀਂ ਜਾਂਦਾ ਕਿਤੇ। ਬਸ ਹੋ ਗਿਆ, ਪਤਾ ਨਹੀਂ ਲੱਗਿਆ ਕਿ ਲੋਕਾਂ ਨੂੰ ਸਮਝ ਆਉਂਦੀ ਕਿ ਨਹੀਂ ਆਉਂਦੀ ਗੱਲ ਆਪਣੀ। ਅਸੀਂ ਤਾਂ ਸਮਝਾਉਣ ਦੀ ਕੋਸ਼ਿਸ਼ ਪੂਰੀ ਕਰਦੇ ਹਾਂ। ਲੇਕਿਨ ਕਦੇ ਕਦੇ ਐਵੇਂ ਵੀ ਹੁੰਦਾ, ਜਦੋਂ ਸ਼ੇਰ ਉਹ ਹੋ ਜਾਵੇ ਨਾ ਆਦਮਖੋਰ, ਤੇ ਉਹਨੂੰ ਫਸਾਉਣ ਵਾਸਤੇ ਬੱਕਰੀ ਚਾਹੀਦੀ ਹੁੰਦੀ ਹੈ ਜਾਂ ਗਾਂ ਮੱਝ ਬੰਨ ਦਿੰਦੇ ਆ, ਕਿਉਂਕਿ ਉਹਨੂੰ ਉਹ ਦੇਖ ਕੇ, ਜ਼ਮੀਨ ਦੇਖ ਕੇ ਮੂੰਹ ਚੋਂ ਲਾਰ। ਸ਼ਿਕਾਰ ਹੋ। ਕਿਉਂਕਿ ਗੱਲ ਪਤਾ ਕੀ ਆ, ਜਿਹੜੇ ਇਹੋ ਜਿਹੇ ਕੰਮ ਕਰਦੇ ਆ ਜਾਂ ਤਾਂ ਹਾਈਲੀ ਇੰਟੈਲੀਜੈਂਟ ਹੋਣਗੇ ਜਾਂ ਸਿਰੇ ਤੇ ਬੇਵਕੂਫ ਹੋਣਗੇ। ਮੈਂ ਇਹ ਬੰਦੇ ਨਾਲ ਡੀਲ ਕਰ ਚੁੱਕਿਆ ਵਾਂ, ਇਹਨਾਂ ਦੇ ਵਿੱਚੋਂ 9 ਤਾਂ ਨਿਹਾਇਤ ਹੀ ਬੇਵਕੂਫ ਹੁੰਦੇ ਆ, ਕਿਉਂਕਿ ਉਹ ਕਾਗਜ਼ਾਂ ਨਾਲ ਹੇਰ-ਫੇਰ ਕਰਦੇ ਆ। ਕਾਗਜ਼ਾਂ ਦੇ ਨਾਲ ਰਜਿਸਟਰੀਆਂ ਦੇ ਉੱਤੇ ਹੇਰ-ਫੇਰ ਕਰਨਾ ਇੱਕ ਤਾਂ ਪੱਕਾ ਸਬੂਤ ਬਣ ਗਿਆ। ਉਹ ਸਿਰਫ ਗੱਲ ਇੰਨੀ ਹੈ ਕਿ ਜਿਹੜੇ ਬੰਦੇ ਉਹ ਕਹਿੰਦੇ ਯਾਰ ਰਜਿਸਟਰੀਆਂ ਦੇ ਨਾਲ ਹੇਰ-ਫੇਰ ਕਰੀਂਦਾ, ਕੋਈ ਇਹਦੇ ਖਿਲਾਫ ਐਕਸ਼ਨ ਨਹੀਂ ਲੈਂਦਾ, ਤਾਂ ਲੋਕੀ ਆਪਣੇ ਆਪ ਨੂੰ ਰੋਕ ਲੈਂਦੇ ਉਹਦੇ ਤੇ ਐਕਸ਼ਨ ਕਰਨ ਨੂੰ। ਐਕਸ਼ਨ ਬਣਦਾ ਵਾ, ਠੀਕ ਆ ਨਾ। ਤਾਂ ਇਹ ਜਿਹੜੇ ਭੁੱਖੇ ਭੇੜੀਏ ਆਦਮਖੋਰ ਸ਼ੇਰ ਬਣ ਜਾਂਦੇ ਨਾ, ਜਿਹੜੇ ਕਹਿੰਦੇ ਅਸੀਂ ਆਪਣੇ ਮਜ਼ੇ ਨਾਲ ਸ਼ੇਅਰ ਕਰਾਂਗੇ, ਸਾਰੇ ਪਿੰਡ ਦੇ ਵਿੱਚ ਦਹਿਸ਼ਤ ਹੁੰਦੀ ਆ। ਜਿਵੇਂ ਗੱਬਰ ਸਿੰਘ ਹੁੰਦਾ ਨਾ, ਗੱਬਰ ਤੁਮ ਵਾਪਸ ਆ ਕੇ 3 ਬੰਦੇ ਨੂੰ ਗੋਲੀ ਮਾਰਤੀ ਕਿ ਤੁਸੀਂ ਨੂਣ ਖਾਇਆ ਸੀ। ਅਵੇਅਰ ਕਰਦੇ ਨਾ ਇਹ ਚੀਜ਼ਾਂ ਦੇ ਬਾਰੇ। ਅਵੇਅਰ ਕੀ ਕਰਨਾ, ਲੋਕੀ ਬੜੇ ਅਵੇਅਰ ਆ। ਪਤਾ ਗੱਲ ਕੀ ਆ, ਲੋਕਾਂ ਦੀ ਜਿਹੜੀ ਨੌਨ ਅਵੇਅਰਨੈਸ ਆ, ਉਹਦੇ ਪਿੱਛੇ ਇੱਕ ਬਹੁਤ ਖਤਰਨਾਕ ਚੀਜ਼ ਆ। ਲੋਕੀ ਜਦੋਂ ਰਿਐਕਟ ਕਰਦੇ ਨਾ, ਫਰਸਟ੍ਰੇਟ ਹੋ ਕੇ ਕਰਦੇ, ਜਿਵੇਂ ਕਿਸਾਨ ਨੇ, ਲਾਅ ਸਮਝ ਆਉਣ ਨਾ ਆਉਣ, ਲੇਕਿਨ ਉਹ ਜਿਹੜੀ ਫਰਸਟ੍ਰੇਸ਼ਨ ਆ, ਉਹਨੇ ਸਾਰਾ ਐਡਮਿਨਿਸਟ੍ਰੇਸ਼ਨ ਪੈਰਾਲਾਈਜ਼ ਕੀਤਾ ਹੈ। ਇਹ ਲੋਕੀ ਜੇ ਵਾਇਲੈਂਟ ਹੋ ਜਾਣ, ਜਿੰਨੇ ਵੀ ਪ੍ਰੋਪਰਟੀ ਦੇ ਖਿਲਾਫ, ਇਸ ਕਰਕੇ ਮੈਂ ਕਿਸੇ ਨਾਲ ਬੈਠਾ ਸੀ, ਉਹ ਕਹਿੰਦਾ ਜੀ ਜਿਹੜੇ ਰੜੀਆਂ ਫੇੜੀਆਂ ਵਾਲੇ ਆ, ਇਹਨਾਂ ਨੂੰ ਹਰ ਤੀਜੇ ਦਿਨ ਇਹਨਾਂ ਨਾਲ ਮਾਰਕੁੱਟ ਕਰਦੇ ਆ। ਮੈਂ ਕਿਹਾ ਦੇਖੋ 600 ਭੇੜਾਂ ਬੈਠੀਆਂ ਉੱਥੇ, ਬੰਦੇ ਤਾਂ ਕਹੂੰਗਾ ਨਹੀਂ, ਭੇੜਾ ਹੀ ਕਹੂੰਗਾ, ਜਿਨ੍ਹਾਂ ਦੇ ਮੂਹਰੇ ਇੱਕ ਬੰਦਾ ਕੁੱਟਿਆ ਜਾ ਰਿਹਾ, ਜੋ ਉਹਨਾਂ ਦੇ ਨਾਲ ਦਾ ਹੀ ਬੰਦਾ ਵਾ, ਉਹਨਾਂ ਦੇ ਨਾਲ ਦਾ ਹੀ ਕੰਮ ਕਰਦਾ। ਉਹਨਾਂ ਨੂੰ ਵੀ ਪਤਾ ਕਿ ਜੇ ਤਾਂ 200 ਰੁਪਏ ਖੋਹ ਲਏ ਗਏ, ਅੱਜ ਦੇ ਘਰੇ ਰੋਟੀ ਨਹੀਂ ਬਣਨੀ। ਰੇੜੀ ਵਾਲੇ ਦੇ, ਹਾਂਜੀ। ਉਹ 600 ਬੰਦਾ, ਉਹ 4 ਬੰਦੇ ਨੇ ਜੁੱਤੀ ਕਿਉਂ ਨਹੀਂ ਚੜਦਾ? ਹਾਂਜੀ, 4 ਮੰਗਣਾ ਦੇ। ਮੈਂ ਕਹਿੰਦਾ 4 ਆ ਗਏ ਨਾ, ਉਹ ਕਹਿੰਦੇ ਇੱਧਰ ਕਰ ਲਿਆ, ਉੱਧਰ ਕਰ ਲਿਆ। ਉਹ 4 ਬੰਦੇ ਨੂੰ 600 ਬੰਦੇ ਦੇ ਵਿੱਚੋਂ ਜੇ 50 ਨੇ ਵੀ ਮਤਲਬ ਥੁੱਕ ਵੀ ਦਿੱਤਾ ਨਾ, ਉਹ ਥੁੱਕ 'ਚ ਡੁੱਬ ਕੇ ਮਰ ਜਾਣਗੇ। ਜਾਨੀ ਕਹਿੰਦਾ ਮਤਲਬ ਮਹੀਨਾ ਲੈਣਾ ਹੁੰਦਾ, ਜਿਹੜੇ ਕਹਿੰਦੇ ਅਸੀਂ ਆਪਣਾ ਹੁਣ ਅਫਸਰ ਰਹਿੰਦਾ ਹੁੰਦਾ, ਠੀਕ ਹੈ ਨਾ, ਅਫਸਰ ਰਹਿੰਦਾ ਹੁੰਦਾ, ਉਹ ਰਿਟਾਇਰਮੈਂਟ ਏਜ ਵੀ ਭੋਗਦਾ ਵਾ, ਪੋਲੀਟੀਸ਼ੀਅਨ ਵੀ ਬਜ਼ੁਰਗ ਹੁੰਦਾ ਵਾ। ਲੇਕਿਨ ਜਿਹੜੇ ਬਦਮਾਸ਼ ਹੁੰਦੇ ਆ, ਇਹ ਯੰਗ ਜਿਹੇ ਹੁੰਦੇ ਆ। ਇਹਨਾਂ 'ਚ ਕੋਈ ਚਿੱਟੇ ਦਾੜੀ ਵਾਲਾ ਦੇਖਿਆ? ਹੁਣ ਜਿਹੜਾ ਖੁਖਾਰ ਸ਼ੇਰ ਜਾ ਰਿਹਾ, ਉਹ ਗੱਲ ਵਿੱਚ ਰਹਿ ਗਈ ਸੀ। ਫਿਰ ਉੱਤੇ ਸ਼ਿਕਾਰੀ ਬੈਠਾ ਹੁੰਦਾ, ਉਹ ਜਿਹੜੀ ਗਾਂ ਤੇ ਮੱਝ ਨੂੰ ਲਗਾ ਕੇ ਬੈਠਾ ਹੁੰਦਾ ਨਾ, ਫਿਰ ਐਂ ਗੋਲੀ ਐਂ ਕਰਕੇ ਟਿਕ, ਫਿਰ ਉਹ ਜਦੋਂ ਆਉਂਦਾ ਨਾ, ਫਿਰ ਉਹਨੂੰ ਆਪਣੇ ਹਿਸਾਬ ਨਾਲ ਦੇਖ ਕੇ, ਉਹ ਕੱਚੇ ਸ਼ਿਕਾਰੀ ਵਾਂਗੂ ਨਹੀਂ ਕਿ 4-5 ਯਾਰ ਦੋਸਤ ਇਕੱਠੇ ਹੋ ਕੇ ਜਿਪਸੀ 'ਚ ਬਹਿ ਕੇ ਠਾ ਠਾ ਠਾ, ਕੁੱਤਾ ਆ ਗਿਆ ਕੁੱਤਾ ਮਾਰਤਾ, ਬਿੱਲੀ ਆ ਗਈ ਬਿੱਲੀ ਮਾਰਤੀ, ਕਹਿੰਦਾ ਜੀ ਸ਼ਿਕਾਰੀ। ਸ਼ਿਕਾਰੀ ਦਾ ਮਤਲਬ ਹੁੰਦਾ ਆਪਣੇ ਸ਼ਿਕਾਰ ਨੂੰ ਵਧੀਆ ਸਟੱਡੀ ਕਰਨਾ, ਇਹ ਕਿੱਥੇ ਖਾਂਦਾ, ਕਿੱਥੇ ਪੀਂਦਾ, ਕੀ ਕਰਦਾ, ਕੀ ਨਹੀਂ ਕਰਦਾ, ਕਿੰਨੇ ਵਜੇ ਉੱਠਦਾ, ਕਿੰਨੇ ਵਜੇ ਸੌਂਦਾ, ਕਿੱਥੇ ਪਾਣੀ ਪੀਣ ਜਾਂਦਾ। ਉਹਦੇ ਵਿੱਚ ਦੇਖਣਾ ਕਿ ਉਹਨੂੰ ਦੇਖ ਕੇ ਪਤਾ ਚੱਲ ਜਾਵੇ ਕਿ ਇਹ ਮੇਲ ਆ, ਫੀਮੇਲ ਆ, ਬੱਚਾ ਵਾ, ਪ੍ਰੈਗਨੈਂਟ ਹੈ ਕਿ ਨਹੀਂ ਹੈ। ਉਹਨੂੰ ਪੂਰਾ ਸਟੱਡੀ ਕਰਕੇ ਉਹਦੇ ਨਾਲ ਪੂਰਾ ਐਨ ਤਾਲਮੇਲ ਬਣਾ ਕੇ, ਤੇ ਫਿਰ ਇੱਕ ਹੀ ਗੋਲੀ ਚੱਲਦੀ ਹੈ। ਜਦੋਂ ਉਹਨੂੰ ਪਤਾ ਕਿ ਇੱਧਰ ਖੜਕਾ ਕਰੋ, ਉਹਨੇ ਇੱਧਰ ਨੂੰ ਭੱਜਣਾ, ਤੇ ਇੱਕ ਹੀ ਗੋਲੀ ਚੱਲਦੀ ਹੈ। ਜਾਣੀ कि कहने का मतलब है कि आप लोग थोड़े से सचेत रहें।
ਲੋਕਾਂ ਦੇ ਕੋਲੇ ਜੁੱਤੀ ਆ ਨਾ, ਹਾਂ ਬਸ ਬਸ ਜੁੱਤੀ ਦਾ ਜਾਰਜ ਬੁਸ਼ ਨੂੰ ਵੀ ਡਰਾਤਾ ਸੀ। ਚਲੋ ਦੋਸਤੋ ਪਤਾ ਨਹੀਂ ਲੋਕਾਂ ਨੂੰ ਸਮਝ ਆਵੇ ਨਾ ਆਵੇ, ਲੇਕਿਨ ਇਹਨਾਂ ਨੂੰ ਪਤਾ ਕਿ ਸਾਡੇ ਲੋਕਾਂ 'ਚ ਪਾਵਰ ਬਹੁਤ ਹੁੰਦੀ ਹੈ, ਲੋਕਾਂ ਦੀ ਪਾਵਰ ਬਹੁਤ ਹੁੰਦੀ ਹੈ, ਉਹ ਪਾਵਰ ਬਹੁਤ ਹੁੰਦੀ ਆ। ਅਵੇਅਰ ਹੋ ਜਾਓ। ਹੁਣ ਬਾਅਦ ਚੱਲੇ ਗਨਮੈਨ ਕਿਉਂ ਚਾਹੀਦੇ ਆ? हाँ जन गनमैन क्यों चाहिए होते हैं एमएलए। चलो छोड़िए, वो पिछली बात चली गई। धन्यवाद दोस्तों, हम ज़्यादा लंबा नहीं करेंगे। धन्यवाद। लंबा तो हो गया, वैसे नहीं करेंगे ज़्यादा।